Hello friends, it's Deepika here. Welcome to my channel. ਜਿਵੇਂ ਤੁਸੀਂ ਫਸਟ ਵੀਡੀਓ ਦੇ ਵਿੱਚ ਪੜ੍ਹਿਆ ਹੋਣਾ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕੀ ਹੁੰਦਾ ਸੀ। ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ ਆਲਵੇਜ਼ ਆਪਾਂ ਸਬਜੈਕਟ ਪਲੇਸ ਕਰਦੇ ਹਾਂ, ਆਫਟਰ ਦੈਟ ਫਸਟ ਫਾਰਮ ਆਫ ਵਰਬ ਦੈਨ ਆਬਜੈਕਟ। ਇਹੀ ਆਪਾਂ ਪੜ੍ਹਿਆ ਸੀ ਫਸਟ ਲੈਕਚਰ 'ਚ। Now we will discuss about negative or interrogative case of present indefinite tense. ਹੁਣ ਆਪਾਂ present indefinite ਦੇ negative or interrogative cases ਨੂੰ ਪੜਾਂਗੇ। So let's move to the topic. At first ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਜਾ ਕੇ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਔਰ ਆਪਣੀ ਫੀਡਬੈਕ ਦਿਓ। ਓਕੇ, ਸੋ ਲੈਟਸ ਮੂਵ ਟੂ ਦਾ ਟੋਪਿਕ। ਆਪਾਂ ਪੜ੍ਹਿਆ ਸੀ ਪ੍ਰੈਜ਼ੈਂਟ ਇੰਡੈਫੀਨਿਟ ਕੇਸ ਦੇ ਵਿੱਚ ਆਲਵੇਜ਼ ਐਂਡ ਉੱਤੇ ਦਾ ਹੈ, ਦੀ ਹੈ ਔਰ ਦੇ ਹਨ ਯੂਜ਼ ਹੁੰਦਾ ਹੈ। ਆਪਾਂ ਕਿੱਦਾਂ ਰੈਕੋਗਨਾਈਜ਼ ਕਰਾਂਗੇ ਕੋਈ ਵੀ ਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਹੈ ਜਦੋਂ ਕਿਸੇ ਵੀ ਟੈਂਸ ਦੇ ਪਿੱਛੇ ਦਾ ਹੈ, ਦੀ ਹੈ, ਦੇ ਹਨ ਯੂਜ਼ ਹੋਵੇ ਤਾਂ ਉਹ ਟੈਂਸ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੁੰਦਾ ਹੈ। ਐਂਡ ਇਹਦੇ ਵਿੱਚ ਪੈਟਰਨ ਫੋਲੋ ਹੁੰਦਾ ਸਬਜੈਕਟ ਫਸਟ ਫਾਰਮ ਆਫ ਵਰਬ ਦੈਨ ਆਬਜੈਕਟ if we have plural case, and we should place s or es with first form of verb when we have singular case. Got it? We have already discussed. Now move to the negative case. Okay, at first we should know what are negative sentences. Negative sentences are those sentences which creates negation. Negative sentence ਉਹ sentence ਹੁੰਦੇ ਨੇ ਜਿਹਦੇ ਵਿੱਚ ਨੋਟ ਲੱਗਿਆ ਹੁੰਦਾ ਔਰ ਇਹਨਾਂ ਨੂੰ ਆਪਾਂ ਪੰਜਾਬੀ ਵਿੱਚ ਨਾਵਾਚਕ ਸੈਂਟੈਂਸ ਵੀ ਬੋਲਦੇ ਹਾਂ। ਗੋਟ ਇਟ? ਹੁਣ ਪ੍ਰੈਜ਼ੈਂਟ ਇੰਡੈਫੀਨਿਟ ਦੇ ਜਦੋਂ ਵੀ ਨੈਗੇਟਿਵ ਕੇਸ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਰੂਲ ਫੋਲੋ ਹੁੰਦਾ? At first we should place here subject, then we should place here helping verb do or does. After that we should place here not, then we should place here first form of verb then object. Everything is same but we add here do or doesn't. Fine? ਤੁਸੀਂ ਸਾਰੇ ਆਪਣੀ ਨੋਟਬੁੱਕ ਆਪਣੇ ਕੋਲ ਲੈ ਕੇ ਬੈਠਿਆ ਕਰੋ। ਜਦੋਂ ਵੀ ਮੈਂ ਪੈਟਰਨ ਲਿਖਾਵਾਂ ਤੁਸੀਂ ਨਾਲ ਦੀ ਨਾਲ ਨੋਟ ਡਾਊਨ ਕਰਿਆ ਕਰੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਰਿਮਾਈਂਡ ਰਵੇ। ਓਕੇ, ਨਾਓ ਆਪਣੇ ਕੋਲ ਹੈਲਪਿੰਗ ਵਰਬ ਡੂ ਹੈ ਔਰ ਡਜ਼ ਹੈ। ਆਪਾਂ ਡੂ ਦਾ ਯੂਜ਼ ਕਿੱਥੇ ਕਰਾਂਗੇ ਤੇ ਡਜ਼ ਕਿੱਥੇ ਯੂਜ਼ ਕਰਾਂਗੇ? ਲੈਟਸ ਸੀ। ਇਫ ਆਈ ਸੇ ਉਹ ਹਾਕੀ ਖੇਲਦਾ ਹੈ, ਉਹ ਹਾਕੀ ਖੇਡਦਾ ਹੈ। At first we should recognize this sentence is present indefinite tense. End ਤੇ ਲੱਗਿਆ ਹੋਇਆ ਦਾ ਹੈ, it means it is present indefinite tense. Simple sentence ਕਿੱਦਾਂ ਬਣੂਗਾ ਇਹਦਾ? At first we should place here subject. ਉਹ he ਖੇਡਦਾ ਹੈ is a verb. He plays hockey. ਇਹ ਆਪਾਂ ਕੱਲ੍ਹ ਪੜ੍ਹਿਆ ਸੀ ਕਿ ਜਦੋਂ ਵੀ ਆਪਣੇ ਕੋਲ ਸਿੰਗੂਲਰ ਕੇਸ ਆਵੇ ਤਾਂ ਉੱਥੇ ਆਪਾਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਪਲੇਸ ਕਰਨਾ। ਓਕੇ, ਹੁਣ ਆਪਾਂ ਇਹਦਾ ਹੀ ਨੈਗੇਟਿਵ ਕੇਸ ਬਣਾਵਾਂਗੇ। ਕਿਵੇਂ ਬਣਾਵਾਂਗੇ? ਜਦੋਂ ਵੀ ਆਪਣੇ ਕੋਲ ਸਬਜੈਕਟ ਸਿੰਗੂਲਰ ਹੋਊਗਾ ਮੀਨਸ ਹੀ, ਸ਼ੀ, ਇਟ ਔਰ ਇਟ ਕੈਨ ਬੀ ਐਨੀ ਨੇਮ ਆਲਸੋ। ਕਿਸੇ ਵੀ ਪਰਸਨ ਦਾ ਨੇਮ ਹੋ ਸਕਦਾ। ਹੀ, ਸ਼ੀ, ਇਟ ਆਲਰੇਡੀ ਸਿੰਗੂਲਰ ਨੇ। ਇਹਦੇ ਲਈ ਆਪਾਂ ਪੈਟਰਨ ਫੋਲੋ ਕਰਾਂਗੇ। ਐਟ ਫਸਟ ਸਬਜੈਕਟ then does then not
आफ्टर दैट फर्स्ट फॉर्म ऑफ वर्ब दैन ऑब्जेक्ट। ਜਦੋਂ ਵੀ ਆਪਣੇ ਕੋਲ ਸਿੰਗੂਲਰ ਕੇਸ ਹੋਊਗਾ ਪ੍ਰੈजेंट इंडेफिनिट टेंस ਬਣਾਉਣ ਲੱਗੇ ਆਪਾਂ ਡਜ਼ ਦਾ ਯੂਜ਼ ਕਰਾਂਗੇ। ਆਪਣੇ ਕੋਲ ਓਨਲੀ ਦੋ ਹੈਲਪਿੰਗ ਵਰਬ ਲੱਗਣਗੇ ਡੂ ਔਰ ਡਜ਼। ਜਦੋਂ ਸਿੰਗੂਲਰ ਕੇਸ ਹੋਊਗਾ ਉਦੋਂ ਆਪਾਂ ਡਜ਼ ਦਾ ਯੂਜ਼ ਕਰਾਂਗੇ। ਓਕੇ, ਆਪਾਂ ਸੈਂਟੈਂਸ ਬਣਾਇਆ ਸੀ ਉਹ ਹਾਕੀ ਖੇਡਦਾ ਹੈ, ਹੀ ਪਲੇਜ਼ ਹਾਕੀ। ਬਟ ਜਦੋਂ ਆਪਾਂ ਇਹਦਾ ਨੈਗੇਟਿਵ ਕੇਸ ਲਿਖਾਂਗੇ ਤਾਂ ਆਪਾਂ ਉਦੋਂ ਕੀ ਯੂਜ਼ ਕਰਾਂਗੇ? ਪੈਟਰਨ ਸੀ ਸਬਜੈਕਟ then does, not, then first form of verb, then object। ਉਹ ਹਾਕੀ ਨਹੀਂ ਖੇਲਦਾ ਹੈ ਤਾਂ ਆਪਾਂ ਇਹਦਾ ਕੀ ਬਣਾਵਾਂਗੇ? he is singular so we should place here does। he does not play hockey। fine। he is subject, doesn't is a helping verb, play is first form of verb, then there is an object hockey। ਹੁਣ ਕਈ ਬੱਚੇ ਸੋਚਦੇ ਹੋਣਗੇ ਕਿ ਜਦੋਂ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦਾ ਸਿੰਪਲ ਕੇਸ ਕੀਤਾ ਸੀ ਉਹਦੇ ਵਿੱਚ ਆਪਾਂ ਫਸਟ ਫਾਰਮ ਆਫ ਵਰਬ ਨਾਲ ਐਸ ਪਲੇਸ ਕੀਤਾ ਸੀ, ਬਟ ਇੱਥੇ ਆਪਾਂ ਓਨਲੀ ਫਸਟ ਫਾਰਮ ਆਫ ਵਰਬ ਯੂਜ਼ ਕੀਤੀ ਹੈ। ਕਿਉਂ ਯੂਜ਼ ਕੀਤੀ ਹੈ? ਇਹਦਾ ਵੀ ਰੀਜ਼ਨ ਹੈ। ਆਪਾਂ ਨੂੰ ਪਤਾ ਹੈ ਡੂ ਦੀਆਂ ਫੋਰਮਸ ਡੂ, ਡਜ਼ ਆਰ, ਡਿਡ ਹੁੰਦੀਆਂ ਨੇ। ਸੋ ਆਪਾਂ ਇੱਥੇ ਡੂ ਦੇ ਨਾਲ ਈਐਸ ਜੁਆਇਨ ਕੀਤਾ, ਸੋ ਦੇਅਰ ਇਜ਼ ਨੋ ਨੀਡ ਟੂ ਪਲੇਸ ਐਸ ਵਿਦ ਫਸਟ ਫਾਰਮ ਆਫ ਵਰਬ। ਆਪਾਂ ਆਲਰੇਡੀ ਡੂ ਦੇ ਨਾਲ ਈਐਸ ਐਡ ਕਰਤਾ ਤਾਂ ਕਰਕੇ ਆਪਾਂ ਨੂੰ ਫਸਟ ਫਾਰਮ ਆਫ ਵਰਬ ਦੇ ਨਾਲ ਐਸ ਪਲੇਸ ਕਰਨ ਦੀ ਜ਼ਰੂਰਤ ਨਹੀਂ ਹੈ। ਓਕੇ, ਗॉट ਇਟ। ਨਾਓ move to the plural case। if we have plural subject like I, we, you or they, fine, then we should follow subject, then do not, after that first form of verb, then object। okay, ਹੁਣ ਆਪਾਂ ਇਹਨਾਂ ਨੂੰ ਐਗਜ਼ਾਮਪਲਸ ਦੇ ਨਾਲ ਸਮਝਦੇ ਹਾਂ। ਉਹ ਹਾਕੀ ਨਹੀਂ ਖੇਲਦੇ ਹਨ, ਉਹ ਹਾਕੀ ਨਹੀਂ ਖੇਡਦੇ ਹਨ। ਉਹ ਇਜ਼ ਅ ਪਲੂਰਲ ਸਬਜੈਕਟ। ਦੇ, then subject is plural, then we should place here do not, then first form of verb play, then object is hockey। fine। ਜਦੋਂ ਵੀ ਆਪਣੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ ਦਾ ਸਿੰਗੂਲਰ ਕੇਸ ਹੋਏਗਾ ਤਾਂ ਉਹਦੇ ਵਿੱਚ ਨੈਗੇਟਿਵ ਸੈਂਟੈਂਸ ਬਣਾਉਣ ਲੱਗੇ ਆਪਾਂ ਡਜ਼ਨਟ ਦਾ ਯੂਜ਼ ਕਰਾਂਗੇ, ਡਜ਼ ਨਾਟ। ਔਰ ਅਗਰ ਆਪਣੇ ਕੋਲ ਪਲੂਰਲ ਕੇਸ ਹੋਏਗਾ ਤਾਂ ਆਪਾਂ ਉੱਥੇ ਡੂ ਨਾਟ ਦਾ ਯੂਜ਼ ਕਰਾਂਗੇ। ਦੋਨਾਂ ਨਾਲ ਹੀ ਫਸਟ ਫਾਰਮ ਆਫ ਵਰਬ ਦਾ ਯੂਜ਼ ਕਰਾਂਗੇ। ਫਾਈਨ। ਫਸਟ ਫਾਰਮ ਆਫ ਵਰਬ ਵਿਲ ਬੀ ਯੂਜ਼ਡ ਵਿਦ ਬੋਥ ਡੂ ਔਰ ਡਜ਼। ਬਾਕੀ ਪੈਟਰਨ ਸਾਰਾ ਸੇਮ ਰਹੂਗਾ। ਓਕੇ, ਹੁਣ ਆਪਾਂ ਕੁਛ ਐਗਜ਼ਾਮਪਲਸ ਦੇਖਦੇ ਹਾਂ ਇਹਦੀਆਂ। Suppose we write ਅਸੀਂ ਇਕੱਠੇ ਜਿਮ ਜਾਂਦੇ ਹਾਂ। tense is present indefinite tense as you know। ਤਾਂ ਆਪਾਂ ਕਿਵੇਂ ਬਣਾਵਾਂਗੇ? we go to gym together। ਹੁਣ ਅਗਰ ਆਪਾਂ ਇਹਦਾ ਨੈਗੇਟਿਵ ਕੇਸ ਬਣਾਉਣਾ ਹੋਵੇ ਤਾਂ ਆਪਾਂ ਕੀ ਯੂਜ਼ ਕਰਾਂਗੇ? ਵੀ ਇਜ਼ ਪਲੂਰਲ ਸਬਜੈਕਟ, ਸੋ ਵੀ ਸ਼ੁੱਡ ਪਲੇਸ ਹੇਅਰ ਡੂ ਨਾਟ। ਵੀ ਡੂ ਨਾਟ
go to gym together. Fine. Got it? Now ਉਹ ਬਰਤਨ ਸਾਫ਼ ਨਹੀਂ ਕਰਦੀ ਹੈ। ਕਿਵੇਂ ਬਣਾਵਾਂਗੇ ਆਪਾਂ ਇਹਦਾ? she is singular subject, as you know. She does not wash the dishes. नेगेटिव सेंटेंस आप किमें बनाना है? सब तो पहला आप सब्जेक्ट प्लेस करना है, आफ्टर दैट डज प्लेस करना है, उस तो बाद नॉट प्लेस करना है, दैन फर्स्ट फॉर्म ऑफ वर्ब, वॉश इज अ फर्स्ट फॉर्म ऑफ वर्ब, दैन ऑब्जेक्ट, डिशेज इज एन ऑब्जेक्ट हियर। फाइन। एक्चुअली एग्जाम्स ਦੇ ਵਿੱਚ ਆਪਾਂ ਨੂੰ ਇੱਦਾਂ ਕੁਛ ਵੀ ਨਹੀਂ ਪੁੱਛਦੇ, ਉਹ ਆਪਾਂ ਨੂੰ ਐਰਰ ਡਿਟੈਕਸ਼ਨ ਦੇ ਕੁਐਸਚਨ ਪੁੱਛਦੇ ਆ। ਫਾਈਨ। ਹੁਣ ਉਹ ਐਰਰਸ ਕਈ ਵਾਰ ਇੱਦਾਂ ਦੀਆਂ ਆ ਜਾਂਦੀਆਂ ਨੇ ਜੋ ਬੇਸਿਕਸ ਰੂਲ ਦੇ ਉੱਪਰ ਡਿਪੈਂਡ ਕਰਦੀਆਂ ਹੁੰਦੀਆਂ ਨੇ, ਅਤੇ ਇਹ ਬੇਸਿਕਸ ਰੂਲ ਹੀ ਹੈ ਜੋ ਆਪਾਂ ਪੜ੍ਹ ਰਹੇ ਹਾਂ। ਸੋ ਇਹਨਾਂ ਨੂੰ ਧਿਆਨ ਨਾਲ ਪੜ੍ਹਿਓ। Now move to the interrogative case. ਜਦੋਂ indefinite tense ਦਾ interrogative case ਆਊਗਾ ਤਾਂ ਆਪਾਂ ਕੀ ਪੈਟਰਨ ਫੋਲੋ ਕਰਾਂਗੇ? At first, what are interrogative sentences? Interrogative sentences are those sentences which asks any question. ਉਹ ਕੁਐਸਚਨ ਉਹਲੇ ਸੈਂਟੈਂਸਿਸ ਜਿਹੜੇ ਆਪਣੇ ਤੋਂ ਕੁਐਸਚਨ ਪੁੱਛਦੇ ਆ ਉਹਨਾਂ ਨੂੰ ਆਪਾਂ ਇੰਟੈਰੋਗੇਟਿਵ ਸੈਂਟੈਂਸ ਬੋਲਦੇ ਹਾਂ। ਇੰਟੈਰੋਗੇਟਿਵ ਸੈਂਟੈਂਸ ਆਲਵੇਜ਼ ਐਂਡਸ ਵਿਦ ਅ ਕੁਐਸਚਨ ਮਾਰਕ। ਫਾਈਨ। ਹੁਣ ਦੇਖੋ ਇਹਦੇ ਵਿੱਚ ਆਪਾਂ ਕੀ ਪੈਟਰਨ ਫੋਲੋ ਕਰਾਂਗੇ। ਜਦੋਂ ਵੀ ਪ੍ਰੈਜ਼ੈਂਟ ਇੰਡੈਫੀਨਿਟ ਦਾ ਇੰਟੈਰੋਗੇਟਿਵ ਕੇਸ ਆਏਗਾ ਤਾਂ ਪਹਿਲਾਂ ਆਪਣੇ ਕੋਲੇ ਜਿਹੜਾ ਆਪਾਂ ਨੈਗੇਟਿਵ ਸੈਂਟੈਂਸ ਕੀਤਾ ਸੀ ਉਹਦਾ ਪੈਟਰਨ ਧਿਆਨ 'ਚ ਹੋਣਾ ਚਾਹੀਦਾ। ਕੀ ਸੀ ਉਹਦਾ ਪੈਟਰਨ? ਸਬਜੈਕਟ, then do or does, after that first form of verb, then subject plus do or does not, then first form of verb, then object. Fine. इंटैरोगेटिव ਦੇ ਵਿੱਚ ਵੀ ਸੇਮ ਰਹੂਗਾ, ਬਟ ਇਹ ਦੋਨੋਂ ਸਬਜੈਕਟ ਔਰ ਹੈਲਪਿੰਗ ਵਰਬ ਆਪਣੀ ਪੋਜੀਸ਼ਨ ਐਕਸਚੇਂਜ ਕਰਨਗੇ। ਪਹਿਲੇ ਆਊਗਾ do or does, आफ्टर दैट वी शुड प्लेस योर सब्जेक्ट। नॉट तो आप इत्थे लगाना ही नहीं, बिकॉज नॉट नैगेशन क्रिएट करेगा। इंटैरोगेटिव दे विच ओनली क्वेश्चन पूछा हुंदा है। ओके, सो वी शुड प्लेस हियर डू और डज बिफोर सब्जेक्ट। सब्जेक्ट तो पहला लगावांगे डू और डज नूं, आफ्टर दैट फर्स्ट फॉर्म ऑफ वर्ब, दैन ऑब्जेक्ट। बाकी सारा पैटर्न सेम रहेगा, बट हैल्पिंग वर्ब सब्जेक्ट तो पहला आ जाएगा, एंड ते क्वेश्चन मार्क। फाइन। सेम उत्थे भी ਇੱਦਾਂ ਹੀ ਹੋਏਗਾ। ਡੂ ਲੱਗੇਗਾ ਪਲੂਰਲ ਕੇਸ ਨਾਲ ਔਰ ਡਜ਼ ਲੱਗੇਗਾ ਸਿੰਗੂਲਰ ਨਾਲ। ਲੁੱਕ ਐਟ ਦੀਜ਼ ਐਗਜ਼ਾਮਪਲਸ। ਅਗਰ ਆਪਾਂ ਬੋਲੀਏ ਪਿਗਸ ਮਿਲਕ ਪਸੰਦ ਕਰਦੇ ਹਨ ਤਾਂ ਆਪਾਂ ਇਹਨੂੰ ਕਿਵੇਂ ਬਣਾਵਾਂਗੇ? ਪਿਗਸ ਲਾਈਕ ਮਿਲਕ। ਫਾਈਨ। ਪਿਗਸ ਇਜ਼ ਅ ਪਲੂਰਲ ਸਬਜੈਕਟ, ਸੋ ਵੀ ਸ਼ੁਡ ਪਲੇਸ ਹੀਅਰ ਫਸਟ ਫॉर्म ऑफ वर्ब, then ऑब्जेक्ट। ਨੈਗੇਟਿਵ ਕੇਸ ਕਿਵੇਂ ਬਣੂਗਾ ਇਹਦਾ? pigs is a plural, so we should place here do not. Pigs do not like milk. Fine. Are you getting me? If yes, then please like my video. Now move to the interrogative case. Pigs milk like नहीं करते ਹਨ। ਇਹ ਸੀ ਨੈਗੇਟਿਵ ਕੇਸ। ਹੁਣ ਇੰਟੈਰੋਗੇਟਿਵ ਕੇਸ ਕੀ ਬਣਾਵਾਂਗੇ ਆਪਾਂ? ਕੀ ਪਿਗਸ ਮਿਲਕ ਲਾਈਕ ਕਰਦੇ ਹਨ? ਤਾਂ ਆਪਾਂ ਕੀ ਕਰਾਂਗੇ? ਜਿਹੜਾ ਆਪਣੇ ਕੋਲ ਹੈਲਪਿੰਗ ਵਰਬ ਸੀ ਡੂ, ਉਹਨੂੰ ਅੱਗੇ ਲਿਆਵਾਂਗੇ ਬਿਫੋਰ ਸਬਜੈਕਟ। ਡੂ ਪਿਗਸ ਲਾਈਕ ਮਿਲਕ,
एंड ते क्वेश्चन मार्क। फाइन, दैट्स इट। नाउ इफ आई से ਉਹ ਪਤੰਗ ਉਡਾਉਣਾ ਪਸੰਦ ਨਹੀਂ ਕਰਦੇ ਹਨ, ਤਾਂ ਆਪਾਂ ਇਹਨੂੰ ਕਿਵੇਂ ਬਣਾਵਾਂਗੇ? ਪਹਿਲਾਂ ਆਪਾਂ ਬੋਲਾਂਗੇ ਉਹ ਪਤੰਗ ਉਡਾਉਣਾ ਪਸੰਦ ਕਰਦੇ ਹਨ। ਦੇ ਪਹਿਲਾਂ ਆਪਾਂ ਸਬਜੈਕਟ ਪਲੇਸ ਕਰਨਾ ਸਿੰਪਲ 'ਚ। ਆਫਟਰ ਦੈਟ ਵੀ ਹੈਵ ਟੂ ਪਲੇਸ ਫਸਟ ਫੋਰਮ ਆਫ ਵਰਬ ਦੇ ਲਵ। ਹੁਣ ਆਪਣੇ ਕੋਲ ਇੱਥੇ ਦੋ ਵਰਬਸ ਆ ਗਈਆਂ। ਅਗਰ ਆਪਾਂ ਦੋ ਵਰਬਸ ਨੂੰ ਜੁਆਇਨ ਕਰਨਾ ਹੋਵੇ ਤਾਂ ਆਪਾਂ ਵਿੱਚ ਟੂ ਦਾ ਯੂਜ਼ ਕਰਾਂਗੇ। ਇਹ ਆਪਾਂ ਬਾਅਦ 'ਚ ਪੜ੍ਹਾਂਗੇ ਜਦੋਂ ਆਪਾਂ ਪ੍ਰੈਪੋਜੀਸ਼ਨਸ ਯੂਜ਼ ਕਰਾਂਗੇ। ਓਕੇ, ਉੱਥੇ ਤੁਹਾਨੂੰ ਸਮਝ ਆ ਜਾਊਗਾ ਕਿ ਇੱਥੇ ਟੂ ਕਿਉਂ ਲਗਾਇਆ। ਦੇ ਲਵ ਟੂ ਫਲਾਈ ਕਾਈਟ। ਫਾਈਨ, ਜਾਂ ਫਿਰ ਇਹਨੂੰ ਆਪਾਂ ਇੱਦਾਂ ਵੀ ਬਣਾ ਸਕਦੇ ਹਾਂ, ਦੇ ਲਵ ਫਲਾਇੰਗ ਕਾਈਟਸ। ਫਾਈਨ, ਹੁਣ ਉਹ ਪਤੰਗ ਉਡਾਉਣਾ ਪਸੰਦ ਨਹੀਂ ਕਰਦੇ ਹਨ, ਤਾਂ ਆਪਾਂ ਕੀ ਲਿਖਾਂਗੇ? ਦੇ ਡੋਂਟ, actually don't is do not, they is a plural subject, so we should place here do not, they do not love flying kites. We should place here do not, rest pattern is same. Okay, now move to the interrogative case. ਕੀ ਉਹ ਪਤੰਗ ਉਡਾਉਣਾ ਪਸੰਦ ਕਰਦੇ ਹਨ? Do will placed before subject. Do they love flying kites? Fine. Now look at this. The train leaves every morning at 8 a.m. This is also present indefinite tense. As you see, the train is an subject. The train is a subject here, and leaves is a verb. At 8 a.m. If I say in negative case, the train is a singular subject, ਤਾਂ ਇਹਦੇ ਨਾਲ ਆਪਾਂ ਕੀ ਪਲੇਸ ਕਰਾਂਗੇ? does not leave at 8 a.m. every morning. Fine. ਹੁਣ ਇੰਟਰੋਗੇਟਿਵ ਕੇਸ ਦੇ ਵਿੱਚ ਕੀ ਕਰਾਂਗੇ ਆਪਾਂ? ਡਜ਼ ਨੂੰ ਬਿਫੋਰ ਸਬਜੈਕਟ ਪਲੇਸ ਕਰਾਂਗੇ। ਡਜ਼ ਆਫਟਰ ਦੈਟ ਸਬਜੈਕਟ। ਡਜ਼ ਦ ਟ੍ਰੇਨ ਲੀਵਸ every morning at 8 a.m. Last question mark. Fine. Now it's over guys. ਆਪਾਂ ਪੜ੍ਹ ਹੀ ਲਿਆ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕੀ ਹੁੰਦਾ, ਉਹਦਾ ਨੈਗੇਟਿਵ ਕੇਸ ਕੀ ਹੁੰਦਾ ਐਂਡ ਇੰਟਰੋਗੇਟਿਵ ਕੇਸ ਕਿਵੇਂ ਡੀਲ ਕਰਦੇ ਹਾਂ ਆਪਾਂ। ਆਈ ਹੋਪ ਤੁਹਾਨੂੰ ਸਭ ਨੂੰ ਇਹ ਅੱਛੀ ਤਰ੍ਹਾਂ ਸਮਝ ਆ ਗਿਆ ਹੋਊਗਾ, ਬਟ ਫਿਰ ਵੀ ਅਗਰ ਕਿਸੇ ਬੱਚੇ ਨੂੰ ਕੁਐਰੀ ਹੈ ਤਾਂ ਉਹ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ। ਐਂਡ ਜਿਨ੍ਹਾਂ ਬੱਚਿਆਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਜਾ ਕੇ ਸਬਸਕ੍ਰਾਈਬ ਕਰ ਲਿਓ ਐਂਡ ਪਲੀਜ਼ ਆਪਣੀ ਫੀਡਬੈਕ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ 'ਚ ਤੁਹਾਡੀ ਹੈਲਪ ਹੋ ਸਕੇ।